Good morning, students. Class 10 Science Chapter 7 Control and Coordination. Control ਦਾ ਕਾਬੂ, ਕੋਆਰਡੀਨੇਸ਼ਨ ਤਾਲਮੇਲ, ਕਾਬੂ ਅਤੇ ਤਾਲਮੇਲ। ਇਹ ਚੈਪਟਰ 'ਚ ਪੜ੍ਹਨਾ ਹੈ ਕਿ ਕਿਵੇਂ ਅਲੱਗ-ਅਲੱਗ ਬੋਡੀ ਪਾਰਟਸ ਜਿਵੇਂ ਬ੍ਰੇਨ, ਹਾਰਟ, ਸਟਮਕ, ਲੀਵਰ ਅਤੇ ਹੋਰ ਬੋਡੀ ਪਾਰਟਸ ਇਹ ਸਾਰੇ ਮਿਲ ਕੇ ਕੰਮ ਕਰਦੇ ਆ ਅਤੇ ਇੱਕ ਆਰਗੇਨਿਜ਼ਮ ਨੂੰ ਜਿਉਂਦੇ ਰੱਖਦੇ ਆ ਅਤੇ ਇਹ ਜਿਹੜਾ ਕੰਮ ਕਰਦੇ ਕੰਟਰੋਲ ਮੈਨਰ 'ਚ ਵਰਕ ਕਰਦੇ ਆ। ਟੂ ਟਾਈਪਸ ਦੀ ਕੋਆਰਡੀਨੇਸ਼ਨ ਹੁੰਦੀ ਹੈ, ਇਲੈਕਟ੍ਰੀਕਲ ਕੋਆਰਡੀਨੇਸ਼ਨ ਬਿਜਲੀ ਤਾਲਮੇਲ, ਕੈਮੀਕਲ ਕੋਆਰਡੀਨੇਸ਼ਨ ਰਸਾਇਣਿਕ ਤਾਲਮੇਲ। ਇਲੈਕਟ੍ਰੀਕਲ ਕੋਆਰਡੀਨੇਸ਼ਨ ਕਿਹਨਾਂ 'ਚ ਹੁੰਦੀ ਹੈ? ਨਰਵਸ ਸਿਸਟਮ ਦੇ ਵਿੱਚ। ਨਰਵਸ ਸਿਸਟਮ ਦੇ ਵਿੱਚ ਬ੍ਰੇਨ, ਸਪਾਈਨਲ ਕੋਰਡ ਅਤੇ ਨਰਵਸ ਆ ਜਾਂਦੀਆਂ ਨੇ ਅਤੇ ਜਿਨ੍ਹਾਂ ਦੇ ਵਿੱਚ ਜਿਹੜੇ ਨਿਊਰੋਨਸ ਤੋਂ ਮਿਲ ਕੇ ਬਣੇ ਹੁੰਦੇ ਆ, ਨਿਊਰੋਨਸ ਨਰਵ ਸੈਲਸ ਹੁੰਦੇ ਨੇ ਅਤੇ ਇਹਦੇ ਵਿੱਚ ਕੀ ਹੈ ਜਿਹੜਾ ਮੈਸੇਜ ਜਾਂ ਸਿਗਨਲ ਕੋਈ ਇੱਕ ਪਾਰਟ ਤੋਂ ਦੂਜੇ ਪਾਰਟ ਤੱਕ ਪਹੁੰਚਦਾ ਹੈ ਉਹ ਇਲੈਕਟ੍ਰੀਕਲ ਇੰਪਲਸ ਦੀ ਫਾਰਮ 'ਚ ਹੁੰਦਾ। ਇਹਦੇ ਵਿੱਚ ਐਨੀਮਲਸ ਦੀ ਸਟੱਡੀ ਹੁੰਦੀ ਆ। ਅਤੇ ਕੈਮੀਕਲ ਕੋਆਰਡੀਨੇਸ਼ਨ ਕਿਹਦੇ 'ਚ ਹੁੰਦਾ? ਐਂਡੋਕਰਾਈਨ ਸਿਸਟਮ, ਹਾਰਮੋਨਲ ਪ੍ਰਣਾਲੀ ਹੁੰਦੀ ਹੈ, ਹਾਰਮੋਨਲ ਸਿਸਟਮ ਹੁੰਦਾ। ਇਹਦੇ ਵਿੱਚ ਕੀ ਹੁੰਦਾ? ਹਾਰਮੋਨਸ ਹੁੰਦੇ ਨੇ ਜਿਹੜੇ ਕੈਮੀਕਲ ਰਿਲੀਜ਼ ਕਰਦੇ ਆ, ਕੈਮੀਕਲ ਨੂੰ ਸਿਕਰੀਟ ਕਰਦੇ ਆ ਅਤੇ ਉਹ ਕੈਮੀਕਲ ਦੇ ਥਰੂ ਹੀ ਅੱਗੇ ਇੱਕ ਪਾਰਟ ਤੋਂ ਦੂਜੇ ਪਾਰਟ ਤੱਕ ਮੈਸੇਜ ਆ ਜਾਂ ਸਿਗਨਲ ਆ ਜਿਹੜਾ ਉਹ ਪਹੁੰਚਦਾ। ਇਹਦੇ ਵਿੱਚ ਪਲਾਂਟਸ ਅਤੇ ਐਨੀਮਲਸ ਦੋਨਾਂ ਦੀ ਸਟੱਡੀ ਹੁੰਦੀ ਆ। ਇਹ ਵਾਲਾ ਸਿਸਟਮ ਫਾਸਟ ਹੁੰਦਾ ਅਤੇ ਇਹ ਵਾਲਾ ਸਲੋ ਹੁੰਦਾ। ਫਸਟ ਟੌਪਿਕ ਐਨੀਮਲਸ ਨਰਵਸ ਸਿਸਟਮ, ਜੰਤੂ ਨਾੜੀ ਪ੍ਰਣਾਲੀ। ਨਰਵਸ ਸਿਸਟਮ ਟੂ ਪਾਰਟਸ 'ਚ ਡਿਵਾਈਡ ਹੁੰਦਾ ਹੈ, ਸੈਂਟਰਲ ਨਰਵਸ ਸਿਸਟਮ, ਕੇਂਦਰੀ ਨਾੜੀ ਪ੍ਰਣਾਲੀ ਅਤੇ ਪੈਰੀਫੈਰਲ ਨਰਵਸ ਸਿਸਟਮ, ਪਰਿਧੀ ਨਾੜੀ ਪ੍ਰਣਾਲੀ। ਸੈਂਟਰਲ ਨਰਵਸ ਸਿਸਟਮ ਬੋਡੀ ਦੇ ਸੈਂਟਰ 'ਚ ਹੁੰਦਾ ਹੈ ਅਤੇ ਬੋਡੀ ਦੇ ਸੈਂਟਰ 'ਚ ਬ੍ਰੇਨ ਅਤੇ ਸਪਾਈਨਲ ਕੋਰਡ, ਇਹ ਦੋਨੋਂ ਮਿਲ ਕੇ ਕੀ ਬਣਾਉਂਦੇ ਨੇ? ਸੈਂਟਰਲ ਨਰਵਸ ਸਿਸਟਮ। ਪੈਰੀਫੈਰਲ ਨਰਵਸ ਸਿਸਟਮ, ਹੁਣ ਸੈਂਟਰਲ ਨਰਵਸ ਸਿਸਟਮ ਆਪਾਂ ਕਿਹਾ ਸੀ ਜੋ ਸੈਂਟਰ 'ਚ ਬ੍ਰੇਨ ਅਤੇ ਸਪਾਈਨਲ ਕੋਰਡ ਤੋਂ ਮਿਲ ਕੇ ਬਣਿਆ ਹੁੰਦਾ ਅਤੇ ਜੋ ਸਾਈਡ 'ਤੇ ਬਚ ਜਾਂਦਾ ਹੈ ਉਹ ਕਿਹੜਾ ਹੁੰਦਾ ਹੈ? ਨਰਵਸ ਸਿਸਟਮ, ਪੈਰੀਫੈਰਲ ਨਰਵਸ ਸਿਸਟਮ। ਅਤੇ ਇਹ ਕੀ ਹੁੰਦਾ? ਸਰੀਰ ਦੇ ਵੱਖ-ਵੱਖ ਨਾੜੀਆਂ ਹੁੰਦੀਆਂ ਨੇ ਜਿਹੜੀਆਂ ਬ੍ਰੇਨ ਜਾਂ ਸਪਾਈਨਲ ਕੋਰਡ ਨਾਲ ਜੁੜੀਆਂ ਹੁੰਦੀਆਂ ਨੇ, ਇਹਨਾਂ ਨੂੰ ਕੀ ਕਹਿ ਦਿੰਦੇ ਆ? ਪੈਰੀਫੈਰਲ ਨਰਵਸ ਸਿਸਟਮ। ਇਹਨਾਂ ਦੇ ਅੱਗੇ ਡਿਵੀਜ਼ਨ ਆ ਸੋਮੈਟਿਕ ਨਰਵਸ ਅਤੇ ਆਟੋਨੋਮਿਕ ਨਰਵਸ। ਇਹ ਹੁੰਦੀਆਂ ਨੇ ਇੱਛਤ ਕਿਰਿਆਵਾਂ ਕਰਦੀਆਂ ਨੇ ਇਹ ਅਤੇ ਅਣਇੱਛਤ ਕਿਰਿਆਵਾਂ ਕਰਦੀਆਂ ਨੇ। ਇੱਛਤ ਕਿਹੜੀਆਂ ਨੇ? ਵੋਲੰਟਰੀ ਫੰਕਸ਼ਨਸ ਪਰਫੋਰਮ ਕਰਦੇ ਆ ਜਿਨ੍ਹਾਂ 'ਤੇ ਬ੍ਰੇਨ ਦਾ ਕੰਟਰੋਲ ਹੁੰਦਾ ਅਤੇ ਆਟੋਨੋਮਿਕ ਨਰਵਸ ਕਿਹੜੀਆਂ ਹੁੰਦੀਆਂ ਨੇ? ਜਿਹੜੀਆਂ ਇਨਵੋਲੰਟਰੀ ਫੰਕਸ਼ਨਸ ਪਰਫੋਰਮ ਕਰਦੀਆਂ ਜਿਨ੍ਹਾਂ 'ਤੇ ਬ੍ਰੇਨ ਦਾ ਕੰਟਰੋਲ ਨਹੀਂ ਹੁੰਦਾ ਹੈਗਾ। ਆਟੋਨੋਮਿਕ ਨਰਵਸ ਦੀ ਅੱਗੇ ਡਿਵੀਜ਼ਨ ਕੀਤੀ ਗਈ ਆ ਸਿੰਪੈਥੈਟਿਕ ਅਤੇ ਪੈਰਾਸਿੰਪੈਥੈਟਿਕ। ਸਿੰਪੈਥੈਟਿਕ ਹੁੰਦੇ ਜਿਹੜੇ ਬੋਡੀ ਨੂੰ ਐਨਰਜਾਈਜ਼ ਕਰਦੇ ਆ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਅਤੇ ਪੈਰਾਸਿੰਪੈਥੈਟਿਕ ਇਹ ਬੋਡੀ ਨੂੰ ਰਿਲੈਕਸ ਕਰਦੇ ਆ ਤਾਂ ਕਿ ਐਨਰਜੀ ਆ ਜਿਹੜੀ ਉਹ ਕੰਜ਼ਰਵ ਹੋ ਸਕੇ, ਮੇਨਟੇਨ ਰਹਿ ਸਕੇ। ਟਾਈਪਸ ਆਫ ਨਰਵਸ, ਟੂ ਟਾਈਪਸ ਦੀਆਂ ਹੁੰਦੀਆਂ, ਕ੍ਰੇਨੀਅਲ ਨਰਵਸ, ਕਪਾਲ ਨਾੜੀ, ਸਪਾਈਨਲ ਨਰਵਸ, ਸੁਖਮਨਾ ਨਾੜੀ। ਕ੍ਰੇਨੀਅਲ ਨਰਵਸ 12 ਪੇਅਰਸ ਹੁੰਦੇ ਆ ਇਹਦੇ ਅਤੇ ਬ੍ਰੇਨ ਤੋਂ ਆਉਂਦੀਆਂ ਨੇ। ਸਪਾਈਨਲ ਨਰਵਸ ਇਹਦੇ 31 ਪੇਅਰ ਹੁੰਦੇ ਨੇ ਅਤੇ ਸਪਾਈਨਲ ਕੋਰਡ ਤੋਂ ਆਉਂਦੀਆਂ ਨੇ, ਸੁਖਮਨਾ ਨਾੜੀ ਤੋਂ ਆਉਂਦੀਆਂ ਨੇ। ਅਤੇ ਇਹ ਪੇਅਰਸ ਵਿੱਚ ਕਿਉਂ ਹੁੰਦੀਆਂ ਨੇ? ਕਿਉਂਕਿ ਇੱਕ ਦਾ ਕੰਮ ਹੁੰਦਾ ਕਿ ਸਿਗਨਲ ਨੂੰ ਬ੍ਰੇਨ ਤੱਕ ਪਹੁੰਚਾਉਣਾ ਅਤੇ ਦੂਜੇ ਦਾ ਕੰਮ ਸਿਗਨਲ ਨੂੰ ਬਾਕੀ ਬੋਡੀ ਪਾਰਟਸ ਤੱਕ ਲੈ ਕੇ ਆਉਣਾ ਬ੍ਰੇਨ ਤੋਂ। ਜਿਵੇਂ ਇਹ ਇੱਕ ਪੇਅਰ ਆ ਨਰਵਸ ਦਾ, ਟੂ ਨਰਵਸ ਦਾ ਇੱਕ ਪੇਅਰ ਆ, ਇੱਕ ਦਾ ਕੰਮ ਆ ਕਿ ਬ੍ਰੇਨ ਤੱਕ ਮੈਸੇਜ ਨੂੰ ਪਹੁੰਚਾਉਣਾ ਅਤੇ ਦੂਜੇ ਦਾ ਕੰਮ ਕੀ ਆ? ਬ੍ਰੇਨ ਤੋਂ ਮੈਸੇਜ ਲੈ ਕੇ ਆਉਣਾ ਬਾਕੀ ਬੋਡੀ ਪਾਰਟਸ ਤੱਕ ਪਹੁੰਚਾਉਣਾ। ਇਹ ਨਿਊਰੋਨ ਦੀ ਸਟਰਕਚਰ ਆ, ਨਰਵ ਸੈੱਲ। ਇਹ ਸੈੱਲ ਬੋਡੀ ਹੁੰਦੀ ਹੈ, ਸੈਂਟਰ 'ਚ ਨਿਊਕਲੀਅਸ ਅਤੇ ਇੱਥੇ ਡੈਂਡਰਾਈਟਸ ਹੁੰਦੇ ਆ ਜਿਹੜੇ ਮੈਸੇਜ ਨੂੰ ਰਿਸੀਵ ਕਰਦੇ ਆ ਅਤੇ ਮੈਸੇਜ ਐਕਸੋਨ ਦੇ ਥਰੂ ਅੱਗੇ ਨਰਵ ਐਂਡਿੰਗ ਤੱਕ ਪਹੁੰਚ ਜਾਂਦਾ, ਉਸ ਤੋਂ ਬਾਅਦ ਨੈਕਸਟ ਨਿਊਰੋਨ ਤੱਕ ਪਹੁੰਚਦਾ। ਇਹ ਇਲੈਕਟ੍ਰੀਕਲ ਇੰਪਲਸ ਦੀ ਫੋਰਮ ਵਿੱਚ ਹੁੰਦਾ ਅਤੇ ਉਹ ਜਿਹੜਾ ਸਿਗਨਲ ਆ ਇਲੈਕਟ੍ਰੀਕਲ ਇੰਪਲਸ ਦੀ ਫੋਰਮ 'ਚ ਹੁੰਦਾ ਅਤੇ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਪਹੁੰਚਣ ਜਦੋਂ ਪਹੁੰਚਦਾ ਸਿਗਨਲ ਤਾਂ ਸੈਂਟਰ 'ਚ ਗੈਪ ਹੁੰਦਾ, ਉਹ ਗੈਪ ਨੂੰ ਕੀ ਕਹਿ ਦਿੰਦੇ ਆ? ਸਿਨੈਪਸ। ਅਤੇ ਉਹ ਇੱਥੇ ਸੀਗਾ ਇਹ ਇਲੈਕਟ੍ਰੀਕਲ ਇੰਪਲਸ, ਉਸ ਤੋਂ ਬਾਅਦ ਇਹ ਸਿਗਨਲ ਜਿਹੜਾ ਕੈਮੀਕਲ ਫੋਰਮ 'ਚ ਕਨਵਰਟ ਹੋ ਜਾਂਦਾ ਅਤੇ ਉਸ ਤੋਂ ਬਾਅਦ ਨੈਕਸਟ ਨਿਊਰੋਨ ਤੋਂ ਪਹੁੰਚਦਾ ਤਾਂ ਫਿਰ ਤੋਂ ਇਲੈਕਟ੍ਰੀਕਲ ਇੰਪਲਸ ਦੀ ਫੋਰਮ 'ਚ ਅੱਗੇ ਮੈਸੇਜ ਸੈਂਡ ਕਰਦਾ। 3 ਟਾਈਪਸ ਦੇ ਹੁੰਦੇ ਆ ਨਿਊਰੋਨਸ। ਫਸਟ ਸੈਂਸਰੀ ਨਿਊਰੋਨ, ਸੰਵੇਦੀ ਨਿਊਰੋਨ। ਸੈਕਿੰਡ ਰਿਲੇ ਨਿਊਰੋਨ, ਪ੍ਰਸਾਰਨ ਨਿਊਰੋਨ। ਥਰਡ ਮੋਟਰ ਨਿਊਰੋਨ, ਪ੍ਰੇਰਕ ਨਿਊਰੋਨ। ਜਿਹੜੇ ਸੈਂਸਰੀ ਨਿਊਰੋਨਸ ਹੁੰਦੇ ਨੇ ਇਹ ਉਹ ਵਾਲੇ ਨਿਊਰੋਨਸ ਹੁੰਦੇ ਨੇ ਜਿਹੜੇ ਨਿਊਰੋਨ ਸਿਗਨਲ ਨੂੰ ਬੋਡੀ ਪਾਰਟਸ ਤੋਂ ਬ੍ਰੇਨ ਤੱਕ ਭੇਜਦੇ ਆ, ਠੀਕ ਆ। ਅਤੇ ਮੋਟਰ ਨਿਊਰੋਨਸ ਕਿਹੜੇ ਹੁੰਦੇ ਨੇ? ਜਿਹੜੇ ਬ੍ਰੇਨ ਤੋਂ ਬੋਡੀ ਪਾਰਟਸ ਤੱਕ ਸਿਗਨਲ ਨੂੰ ਅੱਗੇ ਟਰਾਂਸਫਰ ਕਰਦੇ ਆ। ਅਤੇ ਰਿਲੇ ਨਿਊਰੋਨ
ਜਿਹੜੇ ਮੋਟਰ ਤੇ ਸੈਂਸਰੀ ਦੋਨਾਂ ਨੂੰ ਕਨੈਕਟ ਕਰਦੇ ਆ ਉਹ ਹੁੰਦੇ ਨੇ ਰਿਲੇ ਨਿਊਰੋਨ। ਹੁਣ ਸੈਂਸਰੀ ਨਿਊਰੋਨਸ ਦੀਆਂ ਟਾਈਪਸ ਪੜਾਂਗੇ। ਸੈਂਸਰੀ ਵਰਡ ਤੋਂ ਹੀ ਪਤਾ ਲੱਗਦਾ ਕਿ ਸੈਂਸਿਸ ਨਾਲ ਰਿਲੇਟਡ ਹੋਊਗਾ। 5 ਸੈਂਸ ਆਰਗਨ ਨੇ, ਆਈਜ਼, ਈਅਰਸ, ਨੋਜ਼, ਟੰਗ, ਸਕਿਨ। ਆਈਜ਼ ਦਾ ਕੰਮ ਕੀ ਹੈ? ਲਾਈਟ ਨੂੰ ਡਿਟੈਕਟ ਕਰਨਾ, ਤੇ ਉਹ ਕਿਹਦੇ ਥਰੂ ਹੁੰਦਾ? ਫੋਟੋ ਰਿਸੈਪਟਰਸ ਦੇ ਥਰੂ। ਈਅਰਸ ਦਾ ਕੰਮ ਸਾਊਂਡ ਨੂੰ ਰਿਸੀਵ ਕਰਨਾ, ਤੇ ਸਾਊਂਡ ਨਾਲ ਰਿਲੇਟਡ ਵਰਡ ਕਿਹੜਾ ਹੁੰਦਾ? ਆਡੀਓ। ਆਡੀਓ ਰਿਸੈਪਟਰਸ ਰਿਸੀਵ ਕਰਦੇ ਆ। ਨੋਜ਼ ਸਮੈਲ ਡਿਟੈਕਟ, 올ਫੈਕਟੋ ਰਿਸੈਪਟਰਸ ਰਿਸੀਵ ਕਰਦੇ ਆ। 올ਫੈਕਟੋ ਵਰਡ ਆ ਜਿਹੜਾ ਇਹ ਸਮੈਲ ਨਾਲ ਰਿਲੇਟਡ ਆ, ਤੇ ਸਮੈਲ ਡਿਟੈਕਟ ਕਿਹਦੇ ਥਰੂ ਹੁੰਦੀ ਆ? 올ਫੈਕਟੋ ਰਿਸੈਪਟਰਸ ਤੇ। ਟੰਗ ਟੇਸਟ ਡਿਟੈਕਟ ਕਰਨ ਲਈ ਆ, ਤੇ ਇਹ ਕਿਹਦੇ ਥਰੂ ਹੁੰਦੀ ਆ? ਗਸਟੈਟੋ ਰਿਸੈਪਟਰਸ। ਤੇ ਸਕਿਨ ਟੱਚ ਡਿਟੈਕਟ ਹੁੰਦਾ ਇਹਦੇ ਨਾਲ, ਤੇ ਕਿਹਦੇ ਥਰੂ ਹੁੰਦੀ ਆ? ਥਿਗਮੋ ਰਿਸੈਪਟਰਸ ਤੇ। ਥਿਗਮੋ ਵਰਡ ਆ ਜਿਹੜਾ ਇਹ ਟੱਚ ਨਾਲ ਰਿਲੇਟਡ ਆ। ਨੈਕਸਟ ਇਜ਼ ਹਿਊਮਨ ਬ੍ਰੇਨ, ਮਨੁੱਖੀ ਦਿਮਾਗ। ਮਨੁੱਖੀ ਦਿਮਾਗ ਮੇਨ ਥਿੰਕਿੰਗ ਪਾਰਟ ਹੁੰਦਾ ਬੋਡੀ ਦਾ। ਇਹਦੀ ਡਿਵੀਜ਼ਨ 3 ਪਾਰਟਸ ਵਿੱਚ ਆ, ਫੋਰ ਬ੍ਰੇਨ, ਮਿਡ ਬ੍ਰੇਨ ਤੇ ਹਿੰਡ ਬ੍ਰੇਨ। ਫੋਰ ਬ੍ਰੇਨ ਇਹ ਹੁੰਦਾ ਅਗਲਾ ਦਿਮਾਗ। ਪੂਰੇ ਦਿਮਾਗ ਦਾ 2/3 ਹਿੱਸਾ ਅਗਲੇ ਦਿਮਾਗ ਵਿੱਚ ਹੁੰਦਾ। ਇਹ ਮੁੱਖ ਭਾਗ ਹੁੰਦਾ, ਇਹਦੇ ਵਿੱਚ ਸੈਰੀਬਰਮ ਹੁੰਦਾ ਜਿਹੜਾ ਇਹ ਥਿੰਕਿੰਗ ਪਾਰਟ ਹੁੰਦਾ ਬ੍ਰੇਨ ਦਾ। ਤੇ ਇਹਦੇ ਵਿੱਚ ਵੋਲੰਟਰੀ ਐਕਸ਼ਨਸ ਹੁੰਦੀ, ਜਿਹੜੀ ਇੱਛਤ ਕਿਰਿਆਵਾਂ ਹੁੰਦੀਆਂ ਨੇ ਉਹਨਾਂ ਤੇ ਕੰਟਰੋਲ ਹੁੰਦਾ, ਜਿਵੇਂ ਵਾਕਿੰਗ, ਸਿਟਿੰਗ, ਭੁੱਖ ਹੁੰਦੀ ਆ, ਸਮੈਲਿੰਗ। ਤੇ ਇਹਦੇ ਵਿੱਚ ਇਨਫੋਰਮੇਸ਼ਨ ਤੇ ਮੈਮਰੀ ਹੈ ਜਿਹੜੀ ਉਹ ਸਟੋਰ ਰਹਿੰਦੀ ਆ। ਬ੍ਰੇਨ ਦੀ ਆਊਟਰ ਕਵਰ ਹੁੰਦੀ ਆ, ਉਹ ਸਕਲ ਨਾਲ ਹੁੰਦੀ ਆ ਆਊਟਰ ਕਵਰਿੰਗ। ਤੇ ਇਹਦੇ ਵਿੱਚ ਇੱਕ ਫਲੂਇਡ ਹੁੰਦਾ, ਤਾਂ ਕਿ ਉਹ ਫਲੂਇਡ ਤਾਂ ਹੁੰਦਾ ਤਾਂ ਕਿ ਜਿਹੜਾ ਬ੍ਰੇਨ ਆ ਉਹਨੂੰ ਕੋਈ ਸੱਟ ਜਾਂ ਚੋਟ ਨਾ ਲੱਗੇ। ਤੇ ਇਹ ਨੈਕਸਟ ਹੈਗਾ ਮਿਡ ਬ੍ਰੇਨ। ਫੋਰ ਬ੍ਰੇਨ ਪੜ੍ਹ ਲਿਆ ਹੁਣ। ਫੋਰ ਬ੍ਰੇਨ 'ਚ ਕੀ ਸੀਗਾ? ਜਿਹੜਾ ਐਕਸ਼ਨ ਹੁੰਦੇ ਆ ਵੋਲੰਟਰੀ ਐਕਸ਼ਨਸ 'ਤੇ ਕੰਟਰੋਲ ਹੁੰਦਾ, ਇੱਛਤ ਕਿਰਿਆਵਾਂ 'ਤੇ ਕੰਟਰੋਲ ਹੁੰਦਾ। ਪਰ ਮਿਡ ਤੇ ਹਿੰਡ ਬ੍ਰੇਨ ਆ ਜਿਹੜਾ ਮੱਧ ਦਿਮਾਗ ਤੇ ਪਿਛਲਾ ਦਿਮਾਗ ਆ ਜਿਹੜਾ ਇਹ ਅਣਇੱਛਤ ਕਿਰਿਆਵਾਂ ਹੁੰਦੀਆਂ, ਜਿਹੜੀ ਇਨਵੋਲੰਟਰੀ ਐਕਸ਼ਨਸ ਹੁੰਦੇ ਆ ਜਿਹੜੇ ਉਹਨਾਂ 'ਤੇ ਕੰਟਰੋਲ ਕਰਦੇ ਆ। ਮਿਡ ਬ੍ਰੇਨ ਜਿਹੜਾ ਮੱਧ ਦਿਮਾਗ ਹੁੰਦਾ ਇਹ ਫੋਰ ਬ੍ਰੇਨ ਤੇ ਹਿੰਡ ਬ੍ਰੇਨ ਨੂੰ ਆਪਸ 'ਚ ਜੋੜਦਾ। ਇੱਥੇ ਪੇਨ, ਟੈਂਪਰੇਚਰ ਤੇ ਟੱਚ ਇਹਦਾ ਪਤਾ ਲੱਗਦਾ ਇੱਥੇ। ਤੇ ਇਹਦੇ ਵਿੱਚ ਕੁਝ ਸੈਲਸ ਹੁੰਦੇ ਨੇ, ਕਲੈਕਸ਼ਨ ਆਫ ਸੈਲਸ ਹੁੰਦੇ ਜਿਹੜੇ ਕੰਟਰੋਲ ਕਰਦੇ ਆ ਆਈਜ਼ ਤੇ ਈਅਰਸ ਦੀ ਫੰਕਸ਼ਨਿੰਗ ਨੂੰ। ਨੈਕਸਟ ਹੈਗਾ ਹਿੰਡ ਬ੍ਰੇਨ, ਇਹ ਹੁੰਦਾ ਪਿਛਲਾ ਦਿਮਾਗ। ਇਹਦੇ ਵਿੱਚ ਪੌਨਸ, ਮੈਡਿਊਲਾ ਤੇ ਸੈਰੀਬੈਲਮ ਹੁੰਦੇ ਨੇ। ਪੌਨਸ ਦਾ ਕੀ ਕੰਮ ਹੁੰਦਾ ਹੈ? ਇਹ ਕੰਟਰੋਲ ਰੱਖਦਾ ਹੈ ਰੈਸਪੀਰੇਸ਼ਨ ਤੇ। ਮੈਡਿਊਲਾ ਦਾ ਕੀ ਕੰਮ ਹੁੰਦਾ? ਇਹਨੇ ਕੰਟਰੋਲ ਰੱਖਣਾ ਇਨਵੋਲੰਟਰੀ ਐਕਸ਼ਨਸ ਤੇ ਅਣਇੱਛਤ ਕਿਰਿਆਵਾਂ ਹੁੰਦੀਆਂ ਜਿਹੜੀਆਂ, ਜਿਵੇਂ ਕਿ ਸੈਲੀਵੇਸ਼ਨ ਹੋ ਗਿਆ, ਵੋਮਿਟਿੰਗ, ਬਲੱਡ ਪ੍ਰੈਸ਼ਰ, ਰੈਸਪੀਰੇਸ਼ਨ, ਹਾਰਟ ਬੀਟ। ਸੈਰੀਬੈਲਮ ਦਾ ਕੀ ਕੰਮ ਹੁੰਦਾ? ਇਹਨੇ ਸਰੀਰ ਦੀ ਸਥਿਤੀ ਤੇ ਸੰਤੁਲਨ ਨੂੰ ਬਣਾਈ ਰੱਖਣਾ ਹੁੰਦਾ। ਕੁਐਸਚਨ ਵੀ ਆ ਜਾਂਦਾ ਕਿ ਵਿਚ ਪਾਰਟ ਆਫ ਦਾ ਬ੍ਰੇਨ ਮੇਨਟੇਨਸ ਪੋਸਚਰ ਐਂਡ ਇਕੁਇਲਿਬਰੀਅਮ ਆਫ ਦਾ ਬੋਡੀ, ਕਿ ਕਿਹੜਾ ਪਾਰਟ ਆ ਜਿਹੜਾ ਸਰੀਰ ਦੀ ਸਥਿਤੀ ਤੇ ਸੰਤੁਲਨ ਨੂੰ ਬਣਾਈ ਰੱਖਦਾ? ਹੁੰਦਾ ਸੈਰੀਬੈਲਮ। ਮੈਡਿਊਲਾ ਕਨੈਕਟਡ ਹੁੰਦਾ ਸਪਾਈਨਲ ਕਾਰਡ ਦੇ ਨਾਲ, ਤੇ ਇਹਦੇ ਵਿੱਚ ਆ ਕੁਝ ਗ੍ਰੰਥੀਆਂ ਨੇ ਜਿਹੜੀਆਂ ਦਿਮਾਗ ਵਿੱਚ ਹੁੰਦੀਆਂ ਨੇ। ਇਹ ਹਾਈਪੋਥੈਲਮਸ ਆ ਤੇ ਪਿਟਿਊਟਰੀ ਗਲੈਂਡ। ਜਿਹੜਾ ਵੀ ਬੋਡੀ ਪਾਰਟਸ ਤੋਂ ਮੈਸੇਜ ਜਾਂ ਫਿਰ ਕੋਈ ਸਿਗਨਲ ਬ੍ਰੇਨ ਤੱਕ ਪਹੁੰਚਦਾ ਉਹ ਡਾਇਰੈਕਟ ਨਹੀਂ ਪਹੁੰਚਦਾ, ਪਹਿਲਾਂ ਸਪਾਈਨਲ ਕਾਰਡ ਤੱਕ ਸਿਗਨਲ ਪਹੁੰਚਦਾ, ਫਿਰ ਸਪਾਈਨਲ ਕਾਰਡ ਅੱਗੇ ਸੈਂਡ ਕਰਦੀ ਆ। ਜਿਹੜੀ ਸਪਾਈਨਲ ਕਾਰਡ ਆ ਇਹ ਮੈਡਿਊਲਾ ਤੋਂ ਸਟਾਰਟ ਹੁੰਦੀ ਆ ਤੇ 40 to 50 ਸੈਂਟੀਮੀਟਰ ਲੌਂਗ ਹੁੰਦੀ ਹੈ, ਤੇ ਇਹਦਾ ਡਾਇਆਮੀਟਰ 1 ਤੋਂ 1.5 ਮਤਲਬ 1 ਤੋਂ 1.5 ਸੈਂਟੀਮੀਟਰ ਦਾ ਡਾਇਆਮੀਟਰ ਹੁੰਦਾ। ਟਾਈਪਸ ਆਫ ਰਿਸਪੌਂਸਿਸ 3 ਤਰ੍ਹਾਂ ਦੇ ਹੁੰਦੇ ਆ। ਇੱਕ ਵੋਲੰਟਰੀ ਐਕਸ਼ਨਸ ਹੁੰਦੇ ਆ, ਜਿਹੜੀ ਇੱਛਤ ਕਿਰਿਆਵਾਂ ਹੁੰਦੀਆਂ, ਕੰਟਰੋਲਸ ਹੁੰਦੀਆਂ ਜਿਹੜੀਆਂ ਬ੍ਰੇਨ ਦੇ। ਤੇ ਇਨਵੋਲੰਟਰੀ ਐਕਸ਼ਨਸ ਕਿਹੜੀਆਂ ਹੁੰਦੀਆਂ? ਜਿਹੜੀਆਂ ਅਣਇੱਛਤ ਕਿਰਿਆਵਾਂ ਹੁੰਦੀਆਂ ਨੇ। ਤੇ ਰਿਫਲੈਕਸ ਐਕਸ਼ਨ, ਇਹ ਕੀ ਹੁੰਦਾ? ਰਿਫਲੈਕਸ ਐਕਸ਼ਨ ਇਟ ਇਜ਼ ਅ ਕੁਇਕ, ਸਡਨ ਐਂਡ ਇਮੀਡੀਏਟ ਰਿਸਪੌਂਸ ਆਫ ਦਾ ਬੋਡੀ ਟੂ ਅ ਸਟੀਮੂਲਸ, ਮਤਲਬ ਇੱਕਦਮ ਕੋਈ ਐਕਸ਼ਨ ਕਰਨਾ, ਇਹ ਵੀ ਇਨਵੋਲੰਟਰੀ ਹੁੰਦੀ ਆ। ਇਹਦੇ ਵਿੱਚ ਐਗਜ਼ਾਮਪਲ, ਜਿਵੇਂ ਆਪਾਂ ਕਿਸੇ ਗਰਮ ਆਬਜੈਕਟ ਨੂੰ ਆਪਾਂ ਹੱਥ ਲਗਾ ਲਈਏ ਤਾਂ ਇੱਕਦਮ ਆਪਾਂ ਹੱਥ ਹਟਾ ਲੈਂਦੇ ਹਾਂ। ਇਹ ਡਾਇਗਰਾਮ ਵਿੱਚ ਜਦੋਂ ਹੌਟ ਆਬਜੈਕਟ ਨੂੰ ਹੱਥ ਲੱਗਦਾ ਤਾਂ ਕੀ ਹੁੰਦਾ? ਸੈਂਸਰੀ ਨਿਊਰੋਨਸ ਦੇ ਰਾਹੀਂ ਮੈਸੇਜ ਪਹੁੰਚਦਾ ਬ੍ਰੇਨ ਤੱਕ। ਠੀਕ ਆ, ਸੈਂਸਰੀ ਨਿਊਰੋਨਸ ਦਾ ਕੀ ਕੰਮ ਹੁੰਦਾ? ਬ੍ਰੇਨ ਤੱਕ ਮੈਸੇਜ ਜਾਂ ਸਿਗਨਲ ਪਹੁੰਚਾਉਣਾ। ਠੀਕ ਆ, ਤੇ ਪਰ ਜਿਹੜੇ ਰਿਫਲੈਕਸ ਐਕਸ਼ਨ ਹੁੰਦੇ ਆ ਇਹਨਾਂ ਵਿੱਚ ਬ੍ਰੇਨ ਤੱਕ ਸਿਗਨਲ ਨਹੀਂ ਪਹੁੰਚਦਾ। ਜਦੋਂ ਸਪਾਈਨਲ ਕਾਰਡ ਤੱਕ ਪਹੁੰਚਦਾ ਤਾਂ ਉਦੋਂ ਹੀ ਜਦੋਂ ਹੀ ਕੁਇਕ ਐਕਸ਼ਨ ਹੋ ਜਾਂਦਾ, ਜਦੋਂ ਹੀ ਐਕਸ਼ਨ ਹੋ ਜਾਂਦਾ ਤੇ ਸਪਾਈਨਲ ਕਾਰਡ ਅੱਗੇ ਮੈਸੇਜ ਸੈਂਡ ਕਰ ਦਿੰਦੀ ਆ ਤੇ ਆਪਾਂ ਹੱਥ ਹਟਾ ਲੈਂਦੇ ਹਾਂ ਉੱਥੋਂ। ਠੀਕ ਆ, ਤੇ ਉਹ ਅੱਗੇ ਮੈਸੇਜ
ਕਿਹਦੇ ਥਰੂ ਹੁੰਦਾ, ਦੋਨਾਂ ਨੂੰ ਕਨੈਕਟ ਕਰਨ ਵਾਲੀ ਕਿਹੜੀ ਹੁੰਦੀ ਆ, ਰਿਲੇ ਨਿਊਰੋਨ। ਤੇ ਵਾਪਿਸ ਆਪਣੀ ਬੋਡੀ ਪਾਰਟ ਤੱਕ ਜਿਹੜਾ ਮੈਸੇਜ ਆ ਰਿਹਾ ਉਹ ਕਿਹਦੇ ਥਰੂ ਆ ਰਿਹਾ, ਮੋਟਰ ਨਿਊਰੋਨ ਦੇ ਥਰੂ। ਤੇ ਹਜੇ ਬ੍ਰੇਨ ਤੱਕ ਮੈਸੇਜ ਨਹੀਂ ਪਹੁੰਚਿਆ ਸੀ, ਪਹਿਲਾਂ ਹੀ ਐਕਸ਼ਨ ਹੋ ਗਿਆ ਸੀਗਾ, ਤਾਂ ਇਹ ਹੁੰਦਾ ਕੁਇਕ ਐਕਸ਼ਨ ਹੁੰਦਾ ਜਿਹੜਾ, ਇਹ ਕੀ ਹੁੰਦਾ, ਰਿਫਲੈਕਸ ਐਕਸ਼ਨ। ਤੇ ਇਹਨੂੰ ਡਾਇਗਰਾਮ ਨਾਲ ਰਿਪਰੈਜ਼ੈਂਟ ਕਰਨ ਨੂੰ ਰਿਫਲੈਕਸ ਆਰਕ ਕਹਿੰਦੇ ਆ।